ਸਭ ਤੋਂ ਪਹਿਲਾਂ ਆਪ ਜੀ ਦੇ ਗੁਰੂ ਸਾਹਿਬ ਦਾ ਪਹਿਲੇ ਸ਼ਸਤਰ ਦਰਸ਼ਨ ਕਰਾਉਂਦੇ ਆ, ਜਿਹਨੂੰ ਆਪਾਂ ਗਲੇਰ ਕਹਿੰਦੇ ਆ। ਠੀਕ ਹੈ ਜੀ, ਇਹ ਗੁਰੂ ਸਾਹਿਬ ਦਾ ਸਭ ਤੋਂ ਪਹਿਲਾ ਸ਼ਸਤਰ ਹੈ। ਇਸ ਸ਼ਸਤਰ ਦਾ ਜਿਹੜੇ ਮਾਰ ਹੈਗੀ ਹੈ 30 ਮੀਟਰ ਦੀ ਐਕੂਰੇਟ ਮਾਰ ਹੈ। ਸੋ ਜਿਹੜੇ ਸ਼ਾਸਤਰ ਤੁਸੀਂ ਪਾਏ ਹੋਏ ਜ਼ਰੂਰ ਉਹਨਾਂ ਬਾਰੇ ਸਾਨੂੰ ਜਾਣ। ਤੇ ਸਮੇਂ ਦੇ ਅਨੁਸਾਰ ਸ਼ਸਤਰਾਂ ਦੀ ਵਰਤੋਂ ਤੇ ਸ਼ਸਤਰ ਵੀ ਚੇਂਜ ਹੋਏ ਆ, ਤੇ ਉਸ ਤੋਂ ਬਾਅਦ ਗੁਰੂ ਸਾਹਿਬ ਨੇ ਇਹ ਤੀਰ ਕਮਾਨ ਦਾ ਵਰਤੋਂ ਕੀਤੀ। ਪੁਰਾਣੇ ਵਾਲੇ ਤੀਰ ਕਮਾਨ ਹੋਰ ਹੁੰਦੇ ਸੀ, ਇਹ ਨਵੇਂ ਇਹ ਮੋਡੀਫਾਈ ਅਕੋਰਡਿੰਗ ਕੀਤਾ ਹੋਇਆ ਹੈ। ਖਰੀਦਣਾ ਹੋਵੇ ਇਹ ਸਿੱਖਾਂ ਨੂੰ ਤਾਂ ਕਿੰਨੇ ਕੁ ਤਾਂ ਤੁਹਾਨੂੰ ਇਹ ਪੈਂਦਾ। ਸ਼ਸਤਰ ਦੀ ਕੋਈ ਕੀਮਤ ਨਹੀਂ ਹੁੰਦੀ, ਠੀਕ ਹੈ, ਆਪ ਜੀ ਨੂੰ ਪਤਾ ਹੀ ਹੈ। ਸਭ ਤੋਂ ਪੁਰਾਤਨ ਰਵਾਇਤ ਦਾ ਸ਼ਸਤਰ ਹੈ ਜਿਹੜਾ ਗੁਰੂ ਸਾਹਿਬ ਆਪਣੇ ਨਿਸ਼ਾਨਾਂ ਤੇ ਚਲਾਇਆ ਕਰਦੇ ਸੀਗੇ। ਇਸ ਸ਼ਸਤਰ ਦੇ ਦੋ ਨਾਮ ਰੱਖੇ ਗਏ ਆ। ਸਭ ਤੋਂ ਪਹਿਲਾਂ ਗੁਰੂ ਸਾਹਿਬ ਨੇ ਇਸ ਸ਼ਸਤਰ ਦਾ ਨਾਮ ਰੱਖਿਆ ਸੀ ਅਸ਼ਟਭੁਜਾ। ਕਈ ਆਪਣੇ ਵੀਰ ਜਿਨ੍ਹਾਂ ਨੂੰ ਥੋੜੀ ਜਿਹੀ ਸ਼ਸਤਰਾਂ ਵਾਲੇ ਜ਼ਿਆਦਾ ਜਾਣਕਾਰੀ ਨਹੀਂ ਹੈਗੀ, ਉਹ ਕਈ ਵਾਰੀ ਇਸ ਚੀਜ਼ ਨੂੰ ਲੈ ਕੇ ਗੁੰਮਰਾਹ ਹੋ ਜਾਂਦੇ ਆ ਕਿ ਇਹ ਤ੍ਰਿਸ਼ੂਲ ਲਾਇਆ ਹੈ। ਅਸੀਂ ਤ੍ਰਿਸ਼ੂਲ ਵੀ ਰੱਖ ਸਕਦੇ ਹਾਂ, ਕਿਉਂ ਨਹੀਂ ਰੱਖ ਸਕਦੇ? ਤ੍ਰਿਸ਼ੂਲ ਸ਼ਸਤਰ ਹੈ। ਸਭ ਤੋਂ ਵਧੀਆ ਸ਼ਸਤਰ ਉਹੀ ਹੁੰਦਾ ਜਿਹੜੇ ਜੰਗ ਦੇ ਮੈਦਾਨ 'ਚ ਮੌਕੇ ਤੇ ਕੰਮ ਆ ਜਾਏ। ਇਹ ਸ਼ਮਸ਼ੀਰ ਨੂੰ ਇਰਾਨੀ ਸ਼ਮਸ਼ੀਰ ਕਹਿੰਦੇ ਆ। ਇਹ ਹਾਫ ਗੋਲੀਆ ਹੋ ਗਿਆ ਜੀ, ਨਾ ਇਹ ਗੋਲੀਏ ਵਿੱਚ ਆਉਂਦਾ ਹੈ, ਨਾ ਇਹ ਤੇਗੇ ਵਿੱਚ ਆਉਂਦਾ ਹੈ। ਇਹ ਸਿੱਧਾ ਪ੍ਰਕਾਰ ਹੋ ਕੇ ਇੱਥੋਂ ਇਹ ਕਰਵ ਹੋ ਰਿਹਾ। ਹੋਲੇ ਮਹੱਲੇ ਦਾ ਦਿਨ ਹੈ। ਅੱਜ ਸ਼ਾਸਤਰਾਂ ਅਤੇ ਸ਼ਸਤਰ ਵਿਦਿਆ ਦਾ ਪ੍ਰਦਰਸ਼ਨ ਕੀਤਾ ਜਾਣਾ ਹੈ। ਮਹੱਲਾ ਖੇਡਣ ਜਾਣਾ ਹੈ। ਜਿਨ੍ਹਾਂ ਸਿੰਘਾਂ ਨੇ ਉਹ ਤੁਹਾਨੂੰ ਸ਼ਸਤਰ ਸਭ ਤੋਂ ਪਹਿਲਾਂ ਦਿਖਾ ਦਿੰਦੇ ਨੇ, ਉਹਨਾਂ ਦੇ ਕੋਲੇ ਕਿਹੜੇ ਸ਼ਸਤਰ ਇਸ ਟਾਈਮ ਹੈਗੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਬਾਬਾ ਜੀ ਇਹ ਕੀ ਹੈਗਾ? ਸਭ ਤੋਂ ਪਹਿਲਾਂ ਇਹ ਤੀਰ ਕਮਾਨ ਹੈ ਜੀ। ਹਾਂਜੀ, ਪੁਰਾਣੇ ਵਾਲੇ ਤੀਰ ਕਮਾਨ ਹੋਰ ਹੁੰਦੇ ਸੀ, ਇਹ ਨਵੇਂ ਆ ਗਏ। ਇਹ ਮੋਡੀਫਾਈ ਅਕੋਰਡਿੰਗ ਕੀਤਾ ਹੋਇਆ ਹੈ। ਬਾਹਰ ਦੇ ਜਿਵੇਂ ਪਹਿਲੇ ਸੀ ਆਪਾਂ ਪ੍ਰਜੀਤ ਸਿੰਘ ਬਣਾਉਂਦੇ ਸੀ, ਉਹਨਾਂ ਨੂੰ ਮੋਡੀਫਾਈ ਕਰਕੇ ਉਹਨਾਂ ਹੰਟਿੰਗ ਵਾਸਤੇ ਯੂਜ਼ ਹੁੰਦੇ ਆ। ਤਾਂ ਪਹਿਲਾਂ ਵੀ ਚਲੋ ਹੰਟਿੰਗ ਕਰਦੇ ਸੀਗੇ, ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਕਿੰਨੀ ਕੁ ਦੂਰ ਤੱਕ ਇਹਦੀ ਰੇਂਜ? ਇਹਦੀ 1 ਕਿਲੋਮੀਟਰ ਦੀ ਮਾਰ ਹੁੰਦੀ ਹੈ। 1 ਕਿਲੋਮੀਟਰ। ਹਾਂਜੀ, ਕਿ ਜੇ ਸ਼ਸਤਰ ਖਰੀਦਣਾ ਹੋਵੇ ਇਹ ਸਿੱਖਾਂ ਨੂੰ ਤਾਂ ਕਿੰਨੇ ਕੁ ਤਾਂ ਤੁਹਾਨੂੰ ਇਹ ਪੈਂਦਾ? ਹਾਂਜੀ, ਕਾਸਟ ਸ਼ਸਤਰ ਦੀ ਕੋਈ ਕੀਮਤ ਨਹੀਂ ਹੁੰਦੀ, ਠੀਕ ਹੈ, ਆਪ ਜੀ ਨੂੰ ਪਤਾ ਹੀ ਹੈ। ਫਿਰ ਵੀ ਸ਼ਸਤਰ ਇਹ 1,25,000 ਤੋਂ ਸਟਾਰਟਿੰਗ ਹੁੰਦੀ ਹੈ। ਬਾਕੀ ਅਲੱਗ-ਅਲੱਗ ਹੈ ਜਦੋਂ ਤੁਸੀਂ ਲੈਂਦੇ ਰਹੋਗੇ। ਬਾਕੀ ਜੋ ਹੈ ਭਾਈ ਸਾਹਿਬ ਦੱਸੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਪੂਰੇ ਸ਼ਸਤਰਾਂ ਦੇ ਨਾਲ ਲੱਦੇ ਹੋਏ ਨੇ ਸਿੰਘ, ਤੁਸੀਂ ਦੇਖ ਸਕਦੇ ਹੋ। ਸੋ ਜਿਹੜੇ ਸ਼ਸਤਰ ਤੁਸੀਂ ਪਾਏ ਹੋਏ ਜ਼ਰੂਰ ਉਹਨਾਂ ਬਾਰੇ ਸਾਨੂੰ ਜਾਣਕਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਆਪ ਜੀ ਦੇ ਗੁਰੂ ਸਾਹਿਬ ਦਾ ਪਹਿਲੇ ਸ਼ਸਤਰ ਦਰਸ਼ਨ ਕਰਾਉਂਦੇ ਆ, ਜਿਹਨੂੰ ਆਪਾਂ ਗਲੇਰ ਕਹਿੰਦੇ ਆ। ਠੀਕ ਹੈ ਜੀ, ਇਹ ਗੁਰੂ ਸਾਹਿਬ ਦਾ ਸਭ ਤੋਂ ਪਹਿਲਾ ਸ਼ਸਤਰ ਹੈ। ਇਸ ਸ਼ਸਤਰ ਦਾ ਜਿਹੜੇ ਮਾਰ ਹੈਗੀ ਹੈ 30 ਮੀਟਰ ਦੀ ਐਕੂਰੇਟ ਮਾਰ ਹੈ। ਇਹ ਗੁਰੂ ਸਾਹਿਬ ਪਹਿਲਾਂ ਆਪਣੇ ਖੇਡਦੇ ਹੁੰਦੇ ਸੀਗੇ ਬਚਪਨ ਦੇ ਅੰਦਰ, ਤੇ ਗੁਰੂ ਸਾਹਿਬ ਦਾ ਸਭ ਤੋਂ ਪਹਿਲਾ ਸ਼ਸਤਰ ਇਹ ਹੈ। ਥੋੜੇ ਸੀਗੇ। ਹਾਂਜੀ ਹਾਂਜੀ, ਠੀਕ ਹੈ। ਉਸ ਤੋਂ ਬਾਅਦ ਜਦੋਂ ਮਾਤਾ ਜੀ ਨੂੰ ਕੰਪਲੇਂਟਾਂ ਆਈਆਂ ਗੁਰੂ ਸਾਹਿਬ ਦੀਆਂ, ਤੇ ਮਾਤਾ ਜੀ ਨੇ ਉਹਨਾਂ ਦੀ ਗਲੇਰ ਲਕੋਤੀ। ਉਸ ਤੋਂ ਬਾਅਦ ਫਿਰ ਮਾਤਾ ਜੀ ਨੇ ਸਮਾਂ ਵੇਖਦੇ ਆ ਕਿ ਬਈ ਇਹ ਜਿੱਤੇ ਵਾਰ ਗੁਰੂ ਸਾਹਿਬ ਨੇ ਕਿਹਾ ਜਿੱਤੇ ਸ਼ਸਤਰ ਨਾਮੰਗ ਨਮਸਕਾਰ ਤਾਮੰਗ, ਜਿੱਤੇ ਅਸਤਰ ਭੇਂਗ ਨਮਸਕਾਰ ਤੇਂਗ। ਤੇ ਸਮੇਂ ਦੇ ਅਨੁਸਾਰ ਸ਼ਸਤਰਾਂ ਦੀ ਵਰਤੋਂ ਤੇ ਸ਼ਸਤਰ ਵੀ ਚੇਂਜ ਹੋਏ ਆ, ਤੇ ਉਸ ਤੋਂ ਬਾਅਦ ਗੁਰੂ ਸਾਹਿਬ ਨੇ ਇਹ ਤੀਰ ਕਮਾਨ ਦਾ ਵਰਤੋਂ ਕੀਤੀ। ਇਹ ਉਸੇ ਪ੍ਰਕਾਰ ਦਾ ਤੀਰ ਕਮਾਨ ਹੈਗਾ, ਪੁਰਾਤਨ ਹੀ ਰਵਾਇਤ ਹੈਗੀ ਹੈ ਇਹਦੀ, ਬਟ ਮੋਡੀਫਾਈ ਕਰਕੇ ਨਵਾਂ ਬਣ ਕੇ ਆਇਆ ਹੈ। ਜਿਹੜੀ ਇਹਦੀ ਤੜ ਹੈਗੀ ਹੈ ਇਹ ਹੈਗਾ 80 LBS ਦਾ। ਇੱਕ LBS ਦੇ ਅੰਦਰ 400 ਗ੍ਰਾਮ ਹੁੰਦਾ। ਇਹਦਾ ਤੀਰ ਜਾਣ ਦਾ ਜਿਹੜਾ ਪ੍ਰੈਸ਼ਰ ਹੈਗਾ ਇਹ 300 ਪ੍ਰਤੀ ਸੈਕਿੰਡ ਦੇ ਹਿਸਾਬ ਨਾਲ ਇਹਦਾ ਤੀਰ ਜਾਂਦਾ। ਜਿਹੜੀ ਇੱਕ ਤਾਂ ਸਮਝ ਲਓ ਕਿ 315 ਦੀ ਰਿਵਾਲਵਰ ਗੋਲੀ ਹੁੰਦੀ ਹੈ, ਉਹਦੇ ਹਿਸਾਬ ਨਾਲ ਇਹਦਾ ਤੀਰ ਜਾਂਦਾ। ਤੇ ਤੀਰ ਸਟਿਕ ਨਿਸ਼ਾਨੇ ਤੇ ਵੱਜਣ ਵਾਸਤੇ ਇਹਦੀ ਸਕੋਪ ਹੁੰਦੀ ਹੈ, ਜਿਹੜੀ 30 ਮੀਟਰ ਤੋਂ ਲੈ ਕੇ 50 ਮੀਟਰ ਤੱਕ ਮਾਰਦੀ ਹੈ। 500 ਮੀਟਰ ਦਾ ਇਹਦਾ 10 ਪੁਆਇੰਟ ਦਾ ਟਾਰਗੇਟ ਹੈਗਾ, ਤੇ 100 ਮਤਲਬ ਕਿ 1 ਕਿਲੋਮੀਟਰ ਤੱਕ ਇਹਦਾ ਤੀਰ ਲੱਗ ਜਾਂਦਾ ਹੁੰਦਾ। ਸੋ ਹੋਰ ਕਿਹੜੇ ਸ਼ਸਤਰ ਨੇ ਜਾਂ ਤੁਹਾਡੇ ਕੋਲੇ ਬਚਾਵ ਦੇ ਲਈ ਕੀ? ਦੇਖੋ, ਇੱਕ ਇਹ ਹੁੰਦਾ ਬਖਤਰਬੰਦ, ਜਿਹਨੂੰ ਆਪਾਂ ਸੰਜੋਗ ਵੀ ਕਹਿੰਦੇ ਆ। ਇਹ ਸੰਜੋਗ ਕਹਿੰਦੇ ਜੀ, ਇਹਨੂੰ ਆਪਾਂ ਦੁਸ਼ਮਣ ਦੇ ਵਾਰ ਬਚਾਉਣ ਵਾਸਤੇ ਇਹ ਸਾਰਾ ਸੰਜੋਗ ਹੈਗਾ ਜੀ, ਪੂਰੇ ਸਰੀਰ ਦੇ ਉੱਪਰ ਇਹਨਾਂ ਨੇ ਪਹਿਨਿਆ ਹੋਇਆ। ਇਹ ਦੁਸ਼ਮਣ ਦਾ ਵਾਰ ਸਾਨੂੰ ਫੱਟਰ ਨਾ ਕਰ ਸਕੇ, ਦੁਸ਼ਮਣ ਦਾ ਵਾਰ ਸਾਡੇ ਅੰਦਰ ਨਾ ਵੜ ਸਕੇ, ਇਸ ਦੀ ਜੰਗਾਂ ਦੇ ਵਿੱਚ ਵਰਤੋਂ ਕੀਤੀ ਜਾਂਦੀ ਹੁੰਦੀ ਸੀਗੀ। ਇਸੇ ਤਰ੍ਹਾਂ ਦੇ ਇਹ ਹੋ ਜਾਂਦੇ ਬਾਜੂਬੰਦ, ਜਿਸ ਤਰ੍ਹਾਂ ਕਿ ਮੰਨ ਲਓ ਸਾਡੇ ਹੱਥੋਂ ਕਈ ਵਾਰੀ ਢਾਲ ਟੇਢੀ ਵੀ ਹੋ ਜਾਂਦੀ ਹੈ, ਛੁੱਟ ਵੀ ਜਾਂਦੀ ਹੁੰਦੀ ਸੀਗੀ, ਤੇ ਇਹਨੂੰ ਬਾਜੂਬੰਦ ਕਹਿੰਦੇ। ਤੇ ਇਹਦੇ ਦੁਸ਼ਮਣ ਦੇ ਸ਼ਸਤਰ ਦਾ ਵਾਰ ਨਹੀਂ ਲੱਗਦਾ, ਇਹ ਬਚਾਅ ਕਰਦਾ ਬਾਹਾਂ ਦਾ। ਕਿਉਂਕਿ ਜਦੋਂ ਤੱਕ ਸਾਡੀ ਬਾਹਾਂ ਕੰਮ ਕਰਨਗੀਆਂ ਸਾਡੇ ਹੱਥ ਤੋਂ ਸ਼ਸਤਰ ਚੱਲਣਗੇ, ਸਾਡੀਆਂ ਬਾਹਾਂ ਹੱਥ ਕੰਮ ਕਰਨੇ ਬੰਦ ਕਰ ਜਾਣਗੇ, ਸਾਡੇ ਹੱਥੋਂ ਸ਼ਸਤਰ ਵਿੱਚ ਹਟ ਜਾਣਗੇ। ਤੇ ਇਸੇ ਕਰਕੇ ਇਹ ਬਾਜੂਬੰਦ ਬੰਨੇ ਜਾਂਦੇ ਆ। ਅੱਜ ਖਾਲਸੇ ਜਾਹੋ ਜਲਾਲ ਵੇਖਣ ਵਾਸਤੇ ਦੂਰੋਂ ਨੇੜੇ ਜਿਹੜੀ ਸੰਗਤਾਂ ਆਈਆਂ ਨੇ, ਸਾਰਿਆਂ ਨੂੰ ਜੀ ਆਇਆਂ ਕਹਿੰਦੇ ਆ। ਹੁਣ ਅੱਧੇ ਘੰਟੇ ਤੱਕ ਇੱਥੋਂ ਮਹੱਲਾ ਸ਼ੁਰੂ ਹੋਣਾ। ਸਿੰਘ ਸਾਹਿਬ ਬਾਬਾ ਤੁਸੀਂ ਲਗਾਇਆ ਹੋਇਆ ਇਹ ਵੀ ਸ਼ਸਤਰ ਹੀ ਹੈ, ਸਿਰਫ ਵੈਸੇ ਹੀ ਸਿਰ ਦੇ ਵਿੱਚ? ਸਭ ਤੋਂ ਪੁਰਾਤਨ ਰਵਾਇਤ ਦਾ ਸ਼ਸਤਰ ਹੈ ਜਿਹੜਾ ਗੁਰੂ ਸਾਹਿਬ ਆਪਣੇ ਨਿਸ਼ਾਨਾਂ ਤੇ ਚਲਾਇਆ ਕਰਦੇ ਸੀਗੇ।
ਇਸ ਸ਼ਸਤਰ ਦੇ ਦੋ ਨਾਂ ਰੱਖੇ ਗਏ ਆ। ਸਭ ਤੋਂ ਪਹਿਲਾਂ ਗੁਰੂ ਸਾਹਿਬ ਨੇ ਇਸ ਦੋ ਸ਼ਸਤਰ ਦਾ ਨਾਮ ਰੱਖਿਆ ਸੀ ਅਸ਼ਟਭੁਜਾ। ਕਈ ਆਪਣੇ ਵੀਰ ਜਿਨ੍ਹਾਂ ਨੂੰ ਥੋੜ੍ਹੀ ਜਿਹੀ ਸ਼ਸਤਰਾਂ ਵਾਲੇ ਜ਼ਿਆਦਾ ਜਾਣਕਾਰੀ ਨਹੀਂ ਹੈਗੀ, ਉਹ ਕਈ ਵਾਰੀ ਇਸ ਚੀਜ਼ ਨੂੰ ਲੈ ਕੇ ਗੁੰਮਰਾਹ ਹੋ ਜਾਂਦੇ ਆ ਕਿ ਇਹ ਤ੍ਰਿਸ਼ੂਲ ਲਾਇਆ ਹੈ। ਦੇਖੋ ਮੈਂ ਦੁਬਾਰਾ ਉਸ ਗੱਲ ਨੂੰ ਰਿਪੀਟ ਕਰਾਂਗਾ, ਗੁਰੂ ਸਾਹਿਬ ਨੇ ਸਭ ਤੋਂ ਪਹਿਲਾ ਹੁਕਮ ਇਹੀ ਕਰਿਆ ਕਿ ਜਿਤੇ ਸ਼ਸਤਰ ਨਾਮੰਗ ਨਮਸਕਾਰ ਤਾਮੰਗ, ਜਿਤੇ ਅਸਤਰ ਭੇਅੰਗ ਨਮਸਕਾਰ ਤੇ ਅੰਗ। ਗੁਰੂ ਸਾਹਿਬ ਨੇ ਹਰ ਪ੍ਰਕਾਰ ਦੇ ਸ਼ਸਤਰ ਨੂੰ ਨਮਸਕਾਰ ਕੀਤਾ ਹੈ, ਭਾਵੇਂ ਉਹ ਕਿਸੇ ਵੀ ਜਾਤੀਵਾਦ ਦਾ ਸ਼ਸਤਰ ਹੋਏ। ਅਸੀਂ ਤ੍ਰਿਸ਼ੂਲ ਵੀ ਰੱਖ ਸਕਦੇ ਹਾਂ, ਕਿਉਂ ਨਹੀਂ ਰੱਖ ਸਕਦੇ? ਤ੍ਰਿਸ਼ੂਲ ਸ਼ਸਤਰ ਹੈ। ਸਭ ਤੋਂ ਵਧੀਆ ਸ਼ਸਤਰ ਉਹੀ ਹੁੰਦਾ ਜਿਹੜੇ ਜੰਗ ਦੇ ਮੈਦਾਨ 'ਚ ਮੌਕੇ ਤੇ ਕੰਮ ਆ ਜਾਏ। ਸਭ ਤੋਂ ਵਧੀਆ ਸ਼ਸਤਰ ਉਸੇ ਨੂੰ ਕਿਹਾ ਜਾਂਦਾ ਹੈ। ਤੇ ਇਸੇ ਕਰਕੇ ਕਈਆਂ ਦੇ ਪ੍ਰੇਮੀਆਂ ਦੇ ਅੰਦਰ, ਗੁਰੂ ਘਰ ਦੇ ਪ੍ਰੇਮੀ ਨੇ ਅਸੀਂ ਉਹ ਵੀ ਜਿਨ੍ਹਾਂ ਨੂੰ ਇਹ ਕਿਹਾ ਜਾਂਦਾ ਹੈ ਕਿ ਉਹ ਮਤਲਬ ਉਹਨਾਂ ਦਾ ਵਿਚਾਰ ਵਿੱਚ ਇਹ ਆਉਂਦਾ ਕਿ ਤ੍ਰਿਸ਼ੂਲ ਹੈ, ਆਪਾਂ ਤ੍ਰਿਸ਼ੂਲ ਵੀ ਰੱਖ ਸਕਦੇ ਹਾਂ। ਲੇਕਿਨ ਉਹ ਰਵਾਇਤੀ ਸ਼ਸਤਰ ਇੱਕ ਹੁੰਦੇ ਨੇ, ਜਿਵੇਂ ਸਾਡੇ ਤੀਰ ਕਮਾਨ ਹੋ ਗਏ, ਤੇਗਾਂ ਹੋ ਗਈਆਂ, ਜਿਹੜੇ ਵੀ ਸ਼ਸਤਰ ਨੇ ਪੁਰਾਤਨ ਸਮਿਆਂ ਤੋਂ ਹੀ ਚੱਲਦੇ ਆ ਰਹੇ ਨੇ। ਉਹ ਸਮੇਂ ਸਿਰ ਸਮੇਂ ਦੀ ਸਰਕਾਰਾਂ ਕੋਲ ਪਹੁੰਚੇ, ਸਾਡੇ ਸਿੰਘਾਂ ਕੋਲ ਪਹੁੰਚੇ। ਹੁਣ ਸਿੰਘਾਂ ਦੇ ਅੱਗੇ ਜਾਹੋ ਜਲਾਲ ਨੇ ਆਪਣੇ ਉਹ ਸ਼ਸਤਰ ਸਾਰੇ ਦੁਬਾਰਾ ਇਕੱਠੇ ਕੀਤੇ ਨੇ, ਆਪਣੇ ਆਪਣੇ ਘਰਾਂ ਵਿੱਚ ਵੱਧ ਤੋਂ ਵੱਧ ਸ਼ਸਤਰ ਰੱਖੇ ਨੇ। ਤੇਗਾ ਵੀ ਤੁਸੀਂ ਰੱਖਿਓ? ਇਹਨੂੰ ਸ਼ਮਸ਼ੀਰ ਕਹਿੰਦੇ ਜੀ, ਇਹ ਪੁਰਾਤਨ ਸ਼ਮਸ਼ੀਰ ਹੈ, ਇਹਨੂੰ ਇਰਾਨੀ ਸ਼ਮਸ਼ੀਰ ਕਹਿੰਦੇ ਆ। ਇਹ ਦਰਸ਼ਨ ਜਿਹੜੀ ਸ਼ਮਸ਼ੀਰ ਹੈ ਅਕਬਰ ਦੇ ਟਾਈਮ ਦੀ, ਮੁਗਲ ਰਾਜ ਦੇ ਟਾਈਮ ਦੀ ਸ਼ਮਸ਼ੀਰ ਹੈ ਜੀ। ਇਹ ਸ਼ਮਸ਼ੀਰ ਨੂੰ ਇਰਾਨੀ ਸ਼ਮਸ਼ੀਰ ਕਹਿੰਦੇ ਆ। ਇਹ ਹਾਫ ਗੋਲੀਆ ਹੋ ਗਿਆ ਜੀ, ਨਾ ਇਹ ਗੋਲੀਏ ਵਿੱਚ ਆਉਂਦਾ ਹੈ, ਨਾ ਇਹ ਤੇਗੇ ਵਿੱਚ ਆਉਂਦਾ ਹੈ। ਇਹ ਸਿੱਧਾ ਪ੍ਰਕਾਰ ਹੋ ਕੇ ਇੱਥੋਂ ਇਹ ਕਰਵ ਹੋ ਰਿਹਾ। ਇਸ ਸ਼ਸਤਰ ਦਾ ਵਰਤੋਂ ਜਿਹੜੀ ਹੈਗੀ, ਸਭ ਤੋਂ ਵਧੀਆ ਵਰਤੋਂ ਜਿਹੜੀ ਇਹ ਹੈਗੀ, ਇੱਕ ਤੇ ਝਟਕਾਉਣ ਦੇ ਸਭ ਤੋਂ ਵਧੀਆ ਸ਼ਸਤਰ ਹੈਗਾ। ਝਟਕਾ ਹੀ ਬੜਾ ਵਧੀਆ ਹੋ ਸਕਦਾ ਹੈ। ਜਿਵੇਂ ਕਿ ਦੁਸ਼ਮਣ ਸਾਡੇ ਬਹੁਤ ਨੇੜੇ ਪਹੁੰਚ ਜਾਂਦਾ ਹੈ, ਸਾਡੀ ਜਿਹੜੀ ਵੱਡੀ ਕਿਰਪਾਨ ਹੁੰਦੀ, ਵੱਡੀ ਤੇਗ ਹੁੰਦੀ ਹੈ, ਦੁਸ਼ਮਣ ਨੂੰ ਵਾਰ ਨਹੀਂ ਕਰ ਸਕਦੀ। ਇਹ ਜਿਹੜਾ ਸ਼ਸਤਰ ਹੈ ਦੁਸ਼ਮਣ ਦੇ ਨੇੜੇ ਕਰਕੇ ਵੀ ਆਪਾਂ ਇਹ ਦੁਸ਼ਮਣ ਨੂੰ ਚੀਰ ਕੇ ਲੈ ਕੇ ਆ ਸਕਦੇ, ਕਿਉਂਕਿ ਇਸ ਇੱਧਰੋਂ ਤੱਕ ਤੇ ਸਿੱਧਾ ਹੈ, ਇਸ ਤੋਂ ਬਾਅਦ ਅੱਗੇ ਜਾ ਕੇ ਕਰਵ ਹੋ ਰਿਹਾ। ਇਹਨੂੰ ਇਰਾਨੀ ਸ਼ਮਸ਼ੀਰ ਕਹਿੰਦੇ। ਈਰਾਨ ਦਾ ਬਣਿਆ ਸ਼ਸਤਰ ਹੈਗਾ ਤੇ ਪੁਰਾਤਨ ਸ਼ਸਤਰ ਹੈ। ਔਰ ਬਾਕੀ ਤੁਸੀਂ ਚੱਕਰ ਲਗਾਏ ਹੋਏ ਨੇ ਸਿਰ ਦੇ ਵਿੱਚ, ਇਹ ਵੀ ਸ਼ਸਤਰ ਜਿਹੜੇ ਆ ਮਾਰਨ ਦੇ ਵੀ ਕੰਮ ਆਉਂਦੇ, ਬਚਾਅ? ਦੇਖੋ ਇਹ ਦੁਮਾਲੇ ਦੇ ਜਿਹੜੇ ਸ਼ਸਤਰ ਹੈ, ਇਹ ਜਿਹੜਾ ਚੱਕਰ ਹੈ, ਇਹਦੇ ਤਿੰਨ ਵਰਤੋਂ ਹੈਗੀਆਂ ਨੇ। ਸਭ ਤੋਂ ਪਹਿਲੀ ਵਰਤੋਂ ਜਿਹੜੀ ਸਭ ਤੋਂ ਵਧੀਆ ਚੀਜ਼ ਹੈਗੀ ਹੈ, ਦੁਮਾਲੇ ਦੀ ਪੂਰੀ ਫਿਟਿੰਗ ਬਣਾ ਕੇ ਰੱਖਦਾ। ਦੁਮਾਲਾ ਛੇਤੀ ਲੱਥਦਾ ਨਹੀਂ ਹੈਗਾ। ਪਹਿਲਾ ਜਦੋਂ ਜੰਗ ਦੇ ਯੁੱਧਾਂ ਦੇ ਦੁਸ਼ਮਣ ਸਾਡੇ ਹੱਥੋਂ ਕੋਈ ਸ਼ਸਤਰ ਨਿਕਲ ਜਾਂਦਾ ਹੈ ਤੇ ਇਹ ਹੁਣ ਦੁਮਾਲੇ ਵਾਲੇ ਜਿਹੜੇ ਸ਼ਸਤਰ ਹੁੰਦੇ ਅਖੀਰਲੇ ਸ਼ਸਤਰ ਹੁੰਦੇ ਨੇ, ਜਿਹਨੂੰ ਅਸੀਂ ਸਰੋਪੇ 'ਚ ਬੰਨ ਕੇ ਘੇਰਾ ਵੀ ਖੋਲ ਸਕਦੇ ਹਾਂ, ਆਪਣੇ ਕਮਰ ਕੱਸੇ ਨਾਲ ਬੰਨ ਕੇ ਬਣਾ ਕੇ ਗੱਠ ਬੰਨ ਕੇ ਘੇਰਾ ਵੀ ਖੋਲ ਸਕਦੇ ਹਾਂ। ਹਾਂਜੀ, ਪੂਰਾ ਘੇਰਾ ਸਕਦੇ ਹਾਂ। ਹਾਂਜੀ, ਦੁਸ਼ਮਣ ਨੂੰ ਦੂਰੋਂ ਦੀ ਖਿੱਚ ਕੇ ਅਸਤਰ ਬਣਾ ਕੇ ਮਾਰਨਾ ਹੋਏ ਤੇ ਦੁਸ਼ਮਣ ਨੂੰ ਅਸਤਰ ਬਣਾ ਕੇ ਮਾਰ ਵੀ ਸਕਦੇ ਹਾਂ ਇਸ ਸ਼ਸਤਰ ਨੂੰ, ਕੜੇ ਨਾਲ। ਘੁਮਾ ਕੇ ਮਾਰਦੇ? ਹਾਂਜੀ ਹਾਂਜੀ, ਕੜੇ ਨਾਲ ਉਹਨੂੰ ਦੂਰੋਂ ਦੀ ਵਾਰ ਵੀ ਕਰ ਸਕਦੇ। ਉਹ ਦੇਖੋ ਜਿਹੜਾ ਹੱਥ 'ਚ ਫੜ ਕੇ ਵਾਰ ਕੀਤਾ ਜਾਂਦਾ, ਇਹ ਹੈਗਾ ਸ਼ਸਤਰ, ਇਹ ਹੈਗਾ ਅਸਤਰ। ਅਸਤਰ ਔਰ ਸ਼ਸਤਰ ਦੀ ਡੈਫੀਨੇਸ਼ਨ ਇਹ ਹੀ ਹੈ, ਜਿਹੜਾ ਜੰਗਾਂ ਯੁੱਧਾਂ ਵਿੱਚ ਸਾਹਮਣੇ ਦੇ ਮੁਕਾਬਲੇ ਵਿੱਚ ਲੜਿਆ ਜਾਂਦਾ ਹੈ, ਉਹਨੂੰ ਕਹਿੰਦੇ ਆ ਸ਼ਸਤਰ। ਜਿਹੜਾ ਤੀਰ ਕਮਾਨ ਹੈ, ਇਹਨੂੰ ਇੱਕ ਟਾਰਗੇਟ ਬਣ ਕੇ ਸਾਈਡ ਤੇ ਖੜੇ ਹੋ ਕੇ ਵਾਰ ਕੀਤਾ ਜਾਂਦਾ, ਇਹਨੂੰ ਕਹਿੰਦੇ ਅਸਤਰ। ਤੀਰ ਕਮਾਨ ਦੇ ਵਰਤੋਂ ਜਿਹੜੀ ਹੁੰਦੀ ਹੈ, ਜਾਂ ਤੇ ਰੱਥਾਂ 'ਚ ਬਹਿ ਕੇ, ਜਾਂ ਸਾਈਡਾਂ 'ਚ ਖੜੋ ਕੇ, ਜਾਂ ਫਿਰ ਜਿਹੜੇ ਜੰਗਾਂ ਯੁੱਧਾਂ ਵਿੱਚ ਜਿਹੜੇ ਹਾਥੀਆਂ ਤੇ ਬੈਠੇ ਹੁੰਦੇ ਸੀਗੇ, ਉਹ ਕਰਦੇ ਹੁੰਦੇ ਸੀਗੇ। ਹੁਣ ਉਹਨਾਂ ਹਾਥੀਆਂ ਦੇ ਬੈਠੇ ਬੰਦੇ ਨੂੰ ਆਮ ਸ਼ਸਤਰ ਵਾਲਾ ਬੰਦਾ ਨਹੀਂ ਝਟਕਾ ਸਕਦਾ ਸੀਗਾ, ਤੇ ਉਹਦੇ ਵਾਸਤੇ ਇੱਕ ਅਖਾੜਾ ਲਾਇਆ ਜਾਂਦਾ ਸੀਗਾ, ਜਿਹਦੇ ਵਿੱਚ ਸ਼ਸਤਰਧਾਰੀ ਹੋਰ ਵੀ ਹੁੰਦੇ ਸੀ, ਵਿਚਕਾਰ ਤੀਰ ਕਮਾਨ ਵਾਲਾ ਸਿੱਖ ਬੈਠਾ ਹੁੰਦਾ ਸੀਗਾ। ਉਹਦਾ ਕੰਮ ਇਹ, ਜਿਹੜੇ ਆਲੇ ਦੁਆਲੇ ਹੁੰਦੇ ਸੀ ਉਹਨਾਂ ਦਾ ਕੰਮ ਇਹ ਹੁੰਦਾ ਸੀ, ਉਸ ਤੀਰ ਕਮਾਨ ਵਾਲਾ ਜਿਹੜਾ ਹੈਗਾ ਉਹਦੇ ਕੋਲ ਦੁਸ਼ਮਣ ਦਾ ਕੋਈ ਬੰਦਾ ਪਹੁੰਚ ਨਾ ਸਕੇ। ਤੇ ਤੀਰ ਕਮਾਨ ਵਾਲੇ ਦਾ ਮਤਲਬ ਇਹ ਹੁੰਦਾ ਸੀਗਾ ਬੰਦੇ ਦਾ ਕਿ ਜਿਹੜਾ ਵੀ ਦੂਰੋਂ ਬੈਠੇ ਵਾਰ ਕਰ ਰਿਹਾ, ਨੁਕਸਾਨ ਕਰ ਰਿਹਾ ਸਾਡੀ ਫੌਜ ਦਾ, ਉਹਨੂੰ ਝਟਕਾਣਾ, ਕਿਉਂਕਿ ਦੂਰੋਂ ਵਾਰ ਇਹੀ ਅਸਤਰ ਕਰ ਸਕਦਾ, ਸ਼ਸਤਰ ਨਹੀਂ ਕਰ ਸਕਦਾ। ਇਹ ਸ਼ਸਤਰ ਤੇ ਅਸਤਰ ਦੀ ਡੈਫੀਨੇਸ਼ਨ ਹੋ ਗਈ। ਬਿਲਕੁਲ ਜੀ, ਅੱਜ ਹੋਲੇ ਮਹੱਲੇ ਤੇ ਸ਼ਸਤਰਾਂ ਦਾ ਪ੍ਰਦਰਸ਼ਨ ਜਿਹੜਾ ਹੈਗਾ ਆ ਸਿੱਖਾਂ ਨੇ ਕਰਨਾ, ਨਿਹੰਗ ਸਿੰਘਾਂ ਨੇ ਉੱਥੇ। ਸੋ ਹੋਲੇ ਮਹੱਲੇ ਦਾ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਸੀਗਾ, ਉਸ ਦੇ ਅਕੋਰਡਿੰਗਲੀ ਸਾਰੇ ਹੀ ਸਿੱਖ ਜਦੋਂ ਅਸੀਂ ਦੇਖਦੇ ਜਾਂਦੇ ਨੇ ਤਾਂ ਸ਼ਸਤਰ ਵਿੱਦਿਆ ਕਿੰਨੀ ਕੁ ਗ੍ਰਹਿਣ ਕਰ ਪਾਉਂਦੇ ਨੇ? ਸ਼ਸਤਰ ਵਿੱਦਿਆ ਕੱਲੇ ਕੱਲੇ ਸਿੰਘ ਨੂੰ ਗ੍ਰਹਿਣ ਕਰਨੀ ਚਾਹੀਦੀ ਹੈ। ਮੈਂ ਇਸ ਸ਼ਸਤਰ ਵਿੱਦਿਆ ਦੇ ਉੱਤੇ ਥੋੜ੍ਹੀ ਜਿਹੀ PhD ਕੀਤੀ ਹੈ। ਦੇਖੋ, ਇੱਕ ਧੁਰੋਂ ਚੀਜ਼ਾਂ ਆਉਂਦੀਆਂ ਨੇ। ਅਕਾਲ ਪੁਰਖ ਨੇ ਹਰ ਬੰਦੇ ਨੂੰ, ਹਰ ਇੱਕ ਚੀਜ਼ ਨੂੰ, ਹਰ ਕੌਮ ਨੂੰ ਇੱਕ ਗੁਣ ਦਿੱਤਾ ਹੈ। ਜਿਵੇਂ ਕਿ ਆਪ ਚਾਈਨਾ ਦੇ ਬੰਦਿਆਂ ਨੂੰ ਵੇਖਦੇ ਹੋ, ਉਹਨਾਂ ਦੇ ਗੁੜਤੀ ਮਿਲੀ ਹੈ ਕਰਾਟਿਆਂ ਦੀ। ਉਹਨਾਂ ਦਾ ਜੰਮਦਾ ਬੱਚਾ ਇੱਕ, ਉਹਨਾਂ ਦੇ ਹੱਥ ਇਸ ਤਰ੍ਹਾਂ ਸੈੱਟ ਨੇ ਕਿ ਉਹਨਾਂ ਨੂੰ ਕਰਾਟੇ ਆਉਂਦੇ ਆ। ਇੱਕ ਸਰੀਰ ਵੱਲੋਂ ਬਾਡੀ ਫਿਲਡਰ ਜਿਹਨੂੰ ਕਹਿੰਦੇ ਆ, ਉਹ ਅਮਰੀਕਾ ਦੇ ਬੰਦਿਆਂ ਨੂੰ, ਅੰਗਰੇਜ਼ਾਂ ਨੂੰ ਇੱਕ ਅੰਦਰੋਂ ਹੀ ਗੁੜਤੀ, ਉਹਨਾਂ ਦੇ ਰੱਬ ਵੱਲੋਂ ਸਰੀਰ ਬਹੁਤ ਤਗੜੇ ਬਾਡੀ ਫਿਲਡਰ ਵਾਲੇ ਸਰੀਰ ਹੁੰਦੇ ਨੇ। ਤੇ ਇਸ ਤਰ੍ਹਾਂ ਹੀ ਖਾਲਸੇ ਨੂੰ ਗੁਰੂ ਸਾਹਿਬ ਨੇ, 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਉਸਤਾਦ ਜੀ ਮਹਾਰਾਜ ਨੇ ਸ਼ਸਤਰ ਵਿੱਦਿਆ ਦੀ ਜਿਹੜੀ ਦਾਤ ਬਖਸ਼ੀ ਹੈ, ਉਹ ਹਜੇ ਤੱਕ ਮੇਰੀ PhD ਦੇ ਅੰਦਰ ਸਿਰਫ ਸਿੰਘਾਂ ਦੇ ਕੋਲ ਹੀ ਉਹ ਦਾਤ ਹੈਗੀ ਹੈ। ਉਹ ਦਾਤ ਮੇਰੇ ਹਿਸਾਬ ਨਾਲ ਹਰ ਕੌਮਾਂ ਨੇ ਦੇਖਿਆ, ਬਟ ਉਹ ਜਿਹੜੀ ਦਾਤ ਸਿੰਘਾਂ ਕੋਲ ਹੈਗੀ, ਉਹ ਕਿਸੇ ਹੋਰ ਕੋਲ ਦਾਤ ਨਹੀਂ ਹੈਗੀ ਉਹ ਵਾਲੀ। ਤੇ ਇਸ ਕਰਕੇ ਮੈਂ ਹਰ ਉਸ ਗੁਰਸਿੱਖ ਨੂੰ ਕਹਾਂਗਾ,
ਆਪਣੇ ਘਰਾਂ ਦੇ ਅੰਦਰ ਤੁਹਾਡੇ ਨੇੜੇ ਤੇੜੇ ਹਰ ਜਗ੍ਹਾ ਇੱਕ ਸ਼ਸਤਰ ਵਿੱਦਿਆ ਦਲ ਹੁੰਦੇ ਨੇ, ਉਹਨਾਂ ਜਾ ਕੇ ਉੱਧਰ ਜਾ ਕੇ ਸ਼ਸਤਰ ਵਿੱਦਿਆ ਜ਼ਰੂਰ ਗ੍ਰਹਿਣ ਕਰੋ। ਸਾਡੇ ਹੱਥ ਕਿੰਨਾ ਵਧੀਆ ਸ਼ਸਤਰ ਫੜਿਆ ਹੈ, ਕਿੰਨਾ ਮਜ਼ਬੂਤ ਸ਼ਸਤਰ ਫੜਿਆ ਹੈ, ਕਿੰਨਾ ਵੱਡਾ ਸ਼ਸਤਰ ਫੜਿਆ ਹੈ, ਉਹ ਮਹੱਤਵ ਨਹੀਂ ਰੱਖਦਾ। ਜਦੋਂ ਤੱਕ ਸਾਨੂੰ ਸ਼ਸਤਰ ਦੀ ਵਰਤੋਂ ਨਹੀਂ ਆਏਗੀ, ਸਾਡੇ ਵਾਸਤੇ ਉਹ ਸ਼ਸਤਰ ਬੇਕਾਰ ਹੈ। ਸਾਡੇ ਹੱਥ ਕੋਈ ਵੀ ਸ਼ਸਤਰ ਖੋ ਕੇ ਲੈ ਕੇ ਜਾ ਸਕਦਾ ਹੈ। ਤੇ ਮੈਂ ਇਕੱਲੇ ਹਰ ਗੁਰਸਿੱਖ ਨੂੰ ਇੱਕ ਬੇਨਤੀ ਕਰਾਂਗਾ, ਛੋਟੇ ਪੀਰ ਵੱਲੋਂ ਬੇਨਤੀ ਕਰਾਂਗਾ ਕਿ ਗੁਰੂ ਘਰ ਜਾ ਕੇ ਉਹਨਾਂ ਸ਼ਸਤਰ ਵਿੱਦਿਆ ਦੀ ਦਾਤ ਲਓ। ਦੇਖੋ ਅਸੀਂ ਇਹੀ ਦਾਤ ਜਿਹੜੀ ਹੈਗੀ ਆ ਅਦਰ ਕੌਮ ਵਾਲੇ ਪੈਸੇ ਲੈ ਕੇ ਦਿੰਦੇ ਆ। ਇੱਕ 1000 ਰੁਪਏ ਫੀਸ, 2-2000 ਰੁਪਏ ਫੀਸ ਹੈ, ਜਿਹੜੇ ਕਿ ਸਾਡੇ ਗੁਰਸਿੱਖਾਂ ਨੂੰ ਆਫਰ ਕਰਦੇ ਆ ਸਾਨੂੰ ਆ ਕੇ ਸਿਖਾ ਕੇ ਜਾਓ। ਲੇਕਿਨ ਜਿਹੜੀ ਦਾਤ ਗੁਰੂ ਸਾਹਿਬ ਨੇ ਅਖਾੜਿਆਂ ਵਿੱਚ ਸ਼ਸਤਰ ਵਿੱਦਿਆ ਦਲ ਵਿੱਚ ਦਿੱਤੀ ਹੈ, ਉਹ ਹਰ ਜਗ੍ਹਾ ਦਾਤ ਨਹੀਂ ਮਿਲ ਸਕਦੀ। ਜਿਹੜੀ ਇਹ ਗੁੜਤੀ ਹੈਗੀ ਹੈ, ਇਹ 6ਵੇਂ ਪਾਤਸ਼ਾਹ ਦੀ ਦਿੱਤੀ ਗੁੜਤੀ ਹੈ। ਤੇ ਮੈਂ ਹਰ ਗੁਰਸਿੱਖ ਨੂੰ ਮੈਸੇਜ ਦੇਣਾ ਚਾਹਾਂਗਾ ਕਿ ਇਹ ਚੈਨਲ TV ਦੇ ਰਾਹੀਂ ਕਿ ਆਪਣੇ ਘਰਾਂ 'ਚ ਬਹਿ ਕੇ ਖਾਲੀ ਮੋਬਾਈਲ ਨਾ ਚਲਾਓ। ਵਧੀਆ ਤੋਂ ਵਧੀਆ ਮੋਬਾਈਲ ਰੱਖਿਆ ਠੀਕ ਹੈ, ਸਮੇਂ ਦੇ ਅਨੁਸਾਰ ਹਰ ਚੀਜ਼ ਦੀ ਵਰਤੋਂ ਹੋਈ ਗਈ ਹੈ, ਕਰੋ ਹਰ ਚੀਜ਼ ਦੀ ਵਰਤੋਂ ਕਰੋ। ਸੋਹਣੀਆਂ ਗੱਡੀਆਂ ਵੀ ਰੱਖੋ, ਲੇਕਿਨ ਸੋਹਣੇ ਸ਼ਸਤਰ ਵੀ ਰੱਖੋ ਤੇ ਸ਼ਸਤਰਾਂ ਨੂੰ ਚਲਾਉਣ ਦੀ ਵਰਤੋਂ ਵੀ ਸਿੱਖੋ। ਕਿਉਂਕਿ ਗੁਰੂ ਸਾਹਿਬ ਨੇ ਜੰਗਾਂ ਯੁੱਧਾਂ ਤੋਂ ਭੇਜਣ ਤੋਂ ਪਹਿਲਾਂ, ਸ਼ਸਤਰਧਾਰੀ ਹੋਣ ਤੋਂ ਪਹਿਲਾਂ ਹੋਲੇ ਮਹੱਲੇ ਦਾ ਅਸਲ ਮਤਲਬ ਸੀਗਾ ਸ਼ਸਤਰ ਵਿੱਦਿਆ ਸਿਖਾਈ ਸੀਗੀ। ਹੋਲੇ ਮਹੱਲੇ ਦਾ ਅਸਲ ਜਿਹੜਾ ਮਤਲਬ ਹੈਗਾ ਹੋਲਾ, ਹੋਲਾ ਕਹਿੰਦੇ ਹੱਲਾ ਮਾਰ ਕੇ ਜਾਣ ਨੂੰ। ਅਸੀਂ ਨਗਰ ਕੀਰਤਨ ਵੀ ਖੇਡਦੇ ਹੋਣੇ ਆ। ਨਗਰ ਕੀਰਤਨ ਤੇ ਹੋਲੇ ਮਹੱਲੇ ਡੈਫੀਨੇਸ਼ਨ ਵੱਖਰੀ ਹੋ ਜਾਂਦੀ ਹੈ। ਨਗਰ ਕੀਰਤਨ ਹੁੰਦਾ ਅਸੀਂ ਗੁਰੂ ਘਰ ਦਾ ਜਸ ਗਾਉਂਦੇ ਜਾਂਦੇ ਆ, ਮਹਾਰਾਜ ਦੇ ਹਜ਼ੂਰੀ ਵਿੱਚ, ਗੁਰੂ ਸਾਹਿਬ ਦੇ ਹਜ਼ੂਰੀ ਹੁੰਦੀ ਹੈ, ਗੁਰੂ ਗ੍ਰੰਥ ਸਾਹਿਬ ਆਦਿ ਗੁਰੂ ਸਾਹਿਬ ਦੀ, ਤੇ ਉਹਨਾਂ ਦੇ ਹਜ਼ੂਰੀ 'ਚ ਅਸੀਂ ਜਸ ਗਾਉਂਦੇ ਜਾਂਦੇ ਆ। ਉਹ ਅਸੀਂ ਕਹਿੰਦੇ ਨਗਰ ਕੀਰਤਨ। ਪੂਰੇ ਨਗਰ ਨੂੰ ਕੀਰਤਨ ਦੇ ਰਾਹੀਂ ਨਿਹਾਲ ਕਰਦੇ ਜਾਂਦੇ ਹੁੰਦੇ ਆ। ਸੰਗਤਾਂ ਜਾਹੋ ਜਲਾਲ ਵੇਖਦੀਆਂ ਨੇ, ਗੁਰੂ ਘਰ ਦੇ ਦਰਸ਼ਨ ਕਰਦੀਆਂ, ਗੁਰੂ ਸਾਹਿਬ ਦੇ ਦਰਸ਼ਨ ਕਰਦੀਆਂ। ਗੁਰੂ ਸਾਹਿਬ ਹਰ ਜਗ੍ਹਾ ਤੇ ਜਾਂਦੇ ਨੇ। ਮਹਾਰਾਜ ਜਿਸ ਤਰ੍ਹਾਂ ਪੁਰਾਤਨ ਸਮਿਆਂ ਦੇ ਵਿੱਚ ਗੁਰੂ ਸਾਹਿਬ ਘੋੜਿਆਂ ਤੇ ਜਾਂਦੇ ਸੀਗੇ, ਅੱਜ ਉਹ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਦਰਸ਼ਨ ਦਿੰਦੇ, ਖਾਲਸੇ ਨੂੰ, ਆਪਣੇ ਪਰਿਵਾਰ ਨੂੰ ਦਰਸ਼ਨ ਦਿੰਦੇ ਆ ਜਾਂਦੇ ਨੇ। ਉਹ ਹੋ ਗਿਆ ਨਗਰ ਕੀਰਤਨ। ਇਹ ਹੋ ਗਿਆ ਹੋਲਾ ਮਹੱਲਾ। ਹੋਲੇ ਦਾ ਮਤਲਬ ਹੋ ਗਿਆ ਹੱਲਾ ਮਾਰ ਕੇ ਜਾਣਾ, ਪੂਰਾ ਇੱਕਦਮ ਜਿਵੇਂ ਜੰਗ ਦੇ ਮੈਦਾਨ 'ਚ ਅਸੀਂ ਚੂਸਦੇ ਹੁੰਦੇ ਆ, ਇਹਨੂੰ ਕਹਿੰਦੇ ਆ ਹੋਲਾ, ਹੱਲਾ। ਠੀਕ ਹੈ, ਹੋਲਾ ਗੁਰੂ ਸਾਹਿਬ ਨੇ ਹੱਲੇ ਤੋਂ ਹੋਲਾ ਬਣਾਇਆ ਗਿਆ। ਤੇ ਹੋਲਾ ਮਹੱਲਾ ਜਿਹੜਾ ਹੋਊਗਾ, ਮਹੱਲਾ ਉਸ ਜਗ੍ਹਾ ਨੂੰ ਕਹਿੰਦੇ ਜਿੱਥੇ ਆਪਾਂ ਜਾ ਕੇ ਸ਼ਸਤਰ ਵਿੱਦਿਆ ਜਾਂ ਜਿੱਥੇ ਜਾ ਕੇ ਅਸੀਂ ਹੱਲਾ ਮਾਰਨਾ ਹੁੰਦਾ, ਜਿਹੜਾ ਜੰਗ ਦਾ ਮੈਦਾਨ ਹੁੰਦਾ, ਉਹਨੂੰ ਕਹਿੰਦੇ ਅਸੀਂ ਮਹੱਲਾ। ਤੇ ਹੋਲਾ ਔਰ ਮਹੱਲਾ ਜੋ ਗੁਰੂ ਸਾਹਿਬ ਨੇ ਕੰਬਾਈਨਡ ਕਰਕੇ ਸਾਨੂੰ ਇੱਕ ਡੈਫੀਨੇਸ਼ਨ ਦਿੱਤੀ ਹੋਲੇ ਔਰ ਮਹੱਲੇ ਦੀ, ਇਹ ਉਹੀ ਦਾਤ ਹੈਗੀ ਹੈ ਜੋ ਗੁਰੂ ਸਾਹਿਬ ਨੇ ਗੰਦੀ ਹੋਲੀ ਤੋਂ ਕੱਢ ਕੇ ਸਾਨੂੰ ਹੋਲੇ ਮਹੱਲੇ ਨਾਲ ਜੋੜ ਕੇ ਸਾਨੂੰ ਖਾਲਸੇ ਨੂੰ ਇਹ ਦਾਤ ਦਿੱਤੀ ਹੈ। ਤੇ ਜਿਹੜੇ ਵੀ ਸਿਰ ਪ੍ਰੇਮੀ ਆਏ ਨੇ ਗੁਰੂ ਘਰ ਦੇ, ਸਾਰੇ ਦੇਖੋ ਜੋ ਆਪਣੇ ਘਰੋਂ ਸਮਾਂ ਕੱਢ ਕੇ ਆਇਆ ਉਹ ਗੁਰੂ ਘਰ ਦਾ ਪ੍ਰੇਮੀ ਹੈ, ਉਹਨੂੰ ਅਸੀਂ ਗੁਰਸਿੱਖ ਕਹਿ ਸਕਦੇ ਹਾਂ। ਲੇਕਿਨ ਮੈਂ ਆਪ ਜੀ ਦੇ ਚੈਨਲ ਰਾਹੀਂ ਉਹਨਾਂ ਵੀਰਾਂ ਨੂੰ ਬੇਨਤੀ ਕਰਾਂਗਾ, ਦੇਖੋ ਸਾਡੇ ਕਈ ਵੀਰ 3 ਸਾਲਾਂ ਤੋਂ ਇੱਕ ਉਪਰਾਲਾ ਕਰਦੇ ਪਏ ਨੇ ਟੋਪੀਆਂ ਲਾਉਣ ਦੀਆਂ। ਕਈਆਂ ਨੇ ਉਹਨਾਂ ਨੂੰ ਭੰਨਿਆ ਵੀ, ਗਾਲਾਂ ਵੀ ਸਿੱਧੀ ਬੋਲੀਆਂ ਬਈ ਕਿਉਂ ਲਾਉਂਦੇ ਹੋ। ਲੇਕਿਨ ਇਹ ਮੈਂ ਬੇਨਤੀ ਕਰਾਂਗਾ ਸਾਰੇ ਵੀਰਾਂ ਨੂੰ, ਟੋਪੀਆਂ ਲਾਈ ਜਾਂਦੀਆਂ ਨੇ ਠੀਕ ਹੈ, ਲੇਕਿਨ ਉਹ ਜਿਹੜੇ ਵੀਰ ਟੋਪੀਆਂ ਲਵਾ ਰਹੇ ਨੇ ਆਪਣੀ, ਉਹਨਾਂ ਨੂੰ ਇਸ ਚੀਜ਼ ਦੀ ਮੈਂ ਬੇਨਤੀ ਜ਼ਰੂਰ ਕਰਾਂਗਾ ਕਿ ਆਪਣੇ ਘਰੋਂ ਕੇਸਕੀਆਂ ਬਣ ਕੇ ਆਇਆ ਕਰੋ। ਦੇਖੋ ਗੁਰੂ ਘਰ ਆਏ ਆ, ਇਹ ਕੋਈ ਮੇਲਾ ਥੋੜ੍ਹਾ ਵੇਖਣ ਆਏ, ਇਹ ਮੇਲਾ ਨਹੀਂ ਹੈਗਾ, ਮਹੱਲਾ ਹੈ। ਤੇ ਇੱਥੇ ਕੇਸਕੀਆਂ ਬਣ ਕੇ ਆਓ। ਨਹੀਂ ਤੁਹਾਡਾ ਸਰੂਪ ਖਾਲਸਿਆਂ ਵਾਲਾ ਕੋਈ ਗੱਲ ਨਹੀਂ, ਲੇਕਿਨ ਕੇਸਕੀ ਤਾਂ ਬਣ ਸਕਦੇ ਹੋ, ਪੱਗ ਬਣ ਸਕਦੇ ਹੋ। ਹੁਣ ਸਾਡੀਆਂ ਭੈਣਾਂ ਆਈਆਂ ਨੇ, ਅੱਧੀਆਂ ਭੈਣਾਂ ਦੇ ਸਿਰ ਤੇ ਚੁੰਨੀਆਂ ਨਹੀਂ ਹੈਗੀਆਂ। ਮੈਂ ਕਹਿੰਦਾ ਚਲੋ ਨਹੀਂ ਦਮਾਲਾ ਸਜਾ ਸਕਦੀਆਂ ਭੈਣਾਂ, ਨਹੀਂ ਕੇਸਕੀ ਬਣ ਸਕਦੀਆਂ, ਘੱਟੋ ਸਿਰ ਤੇ ਚੁੰਨੀ ਤੇ ਰੱਖ ਸਕਦੀਆਂ ਨਾ। ਬਿਲਕੁਲ ਬਾਬਾ ਜੀ, ਮਤਲਬ ਅਸਲ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਹੜਾ ਹੋਲਾ ਮਹੱਲਾ ਦਿੱਤਾ ਸੀਗਾ, ਸ਼ਸਤਰ ਵਿੱਦਿਆ ਦਾ ਪ੍ਰਦਰਸ਼ਨ ਇਸ ਦਿਨ ਹੁੰਦਾ ਸੀਗਾ। ਔਰ ਸ਼ਸਤਰ ਵਿੱਦਿਆ ਜਿਹੜੇ ਤੁਸੀਂ ਕਿਹਾ ਵੀ ਹਰ ਸਿੱਖ ਨੂੰ ਗ੍ਰਹਿਣ ਕਰਨੀ ਚਾਹੀਦੀ ਹੈ, ਉੱਥੇ ਕਿਤੇ ਨਾ ਕਿਤੇ ਅਜੇ ਸਿੱਖ ਪਿੱਛੇ ਨੇ। ਹਾਂਜੀ, ਬਹੁਤ ਪਿੱਛੇ ਨੇ ਜੀ। ਮੈਂ ਹੁਣ ਉਹੀ ਗੱਲ ਰਿਪੀਟ ਦੁਬਾਰਾ ਕਰਾਂਗਾ, ਸ਼ਸਤਰ ਵਿੱਦਿਆ ਤੋਂ ਕਈ ਸਿੱਖ ਪਿੱਛੇ ਹੈਗੇ ਨੇ। ਕਿਉਂ ਪਿੱਛੇ ਹੈਗੇ ਨੇ? ਸਾਡੇ ਇੱਕ ਸਮਾਂ ਜਿਹੜੇ ਸਾਡੇ ਉਹਨਾਂ ਦੇ ਪੇਰੈਂਟਸ ਹੈਗੇ ਨੇ, ਉਹ ਇਹ ਚੀਜ਼ ਵੇਖਦੇ ਨੇ ਯਾਰ ਸਾਡੇ ਬੱਚੇ ਅਗਰ ਅਖਾੜਾ ਗੱਤਕਾ ਸਿੱਖਣ ਜਾਣਗੇ, 10ਵੀਂ ਦਿੱਲੀ ਮੀਰੀ ਪੀਰੀ ਗੱਤਕਾ ਅਕੈਡਮੀ ਚਲਾਉਂਦੇ ਆ, ਤੇ ਸਾਡੇ ਨਾਲ ਵੀ ਇਹ ਕਈ ਵਾਰੀ ਹੁੰਦਾ ਹੈ, ਵੀਰ ਜੀ ਬੱਚਾ ਭੇਜ ਰਹੇ ਆ, ਦੇਖੋ ਬੱਚੇ ਨੂੰ ਲੱਗ ਨਾ ਜਾਏ, ਸੱਟ ਨਾ ਲੱਗ ਜਾਏ। ਅਰੇ ਅੱਜ ਤਾਂ ਬੱਚੇ ਨੂੰ ਮਾਰਨ ਵਾਲਾ ਉਹਦਾ ਛੋਟਾ ਭਰਾ ਜਾਂ ਉਹਦਾ ਵੱਡਾ ਭਰਾ ਹੀ ਹੈ। ਦੇਖੋ ਕੋਈ ਵੀ ਐਕਟੀਵਿਟੀ ਕਰਦੇ ਆ ਆਪਾਂ, ਇੱਕ ਮੋਟਰਸਾਈਕਲ ਚਲਾਉਣੀ ਵੀ ਸਿੱਖਦੇ ਆ, ਸਾਈਕਲ ਚਲਾਉਣੀ ਵੀ ਸਿੱਖਦੇ ਆ, 1-2 ਵਾਰ ਤੇ ਡਿੱਗਦੇ ਆ ਨਾ, ਗੋਡੇ ਗਿੱਟੇ ਛਿੱਲੇ ਜਾਂਦੇ ਆ। ਤੇ ਸ਼ਸਤਰ ਵਿੱਦਿਆ ਅੱਜ ਸਾਡੇ ਭਰਾਵਾਂ ਆਪਸ ਵਿੱਚ ਜੰਗ ਯੁੱਧ ਲੜ ਰਹੇ ਆ। ਕੱਲ ਇਨ ਕੇਸ ਦੁਬਾਰਾ ਉਹ ਸਮਾਂ ਦੁਬਾਰਾ 35 ਸਾਲ ਪਹਿਲੇ ਵਾਲਾ ਆ ਜਾਏ, 70 ਸਾਲ ਵਾਲਾ ਪਹਿਲਾ ਸਮਾਂ ਆ ਜਾਏ, ਜਾਂ ਉਸ ਤੋਂ ਪਹਿਲੇ ਵਾਲਾ ਸਮਾਂ ਆ ਜਾਏ, ਉਦੋਂ ਵੀ ਖਾਲਸੇ ਨੇ ਮੈਦਾਨ ਤਾਂ ਹੀ ਜਿੱਤੇ ਸੀ, ਸ਼ਸਤਰ ਵਿੱਦਿਆ ਆਉਂਦੀ ਸੀਗੀ। ਤੇ ਮੈਂ ਉਹਨਾਂ ਸਾਰੇ ਬੱਚਿਆਂ ਨੂੰ, ਉਹਨਾਂ ਸਾਰੇ ਵੀਰਾਂ ਨੂੰ ਬੇਨਤੀ ਕਰਾਂਗਾ, ਉਮਰ ਦਾ ਲਿਹਾਜ਼ ਨਹੀਂ ਵੇਖਣਾ ਕਿ ਅਸੀਂ ਵਡੇਰੇ ਹੋ ਗਏ ਹੁਣ ਸਾਨੂੰ ਜੰਗਾਂ ਯੁੱਧਾਂ ਲੜਨ ਦੀ ਲੋੜ ਨਹੀਂ। ਹੱਥ ਬਨ ਕੇ ਨਹੀਂ, ਮਹਾਰਾਜ ਨੇ ਕਿਹਾ ਅਣੀ ਬਣੇ ਤੋਂ ਕਮੀ ਨਾ ਕਰਨਾ, ਹੋਏ ਹਰੋਰ ਆਗੇ ਹੋ ਲੜਨਾ। ਭਾਈ ਮਨੀ ਸਿੰਘ ਜੀ ਤੇ ਬਾਬਾ ਦੀਪ ਸਿੰਘ ਜੀ ਉਦਾਹਰਣ। ਹਾਂਜੀ ਠੀਕ ਹੈ ਜੀ। ਦੇਖੋ ਹੁਣ ਉਮਰ ਸ਼ਸਤਰ ਵਿੱਦਿਆ ਉਮਰ ਨਹੀਂ ਵੇਖ ਕੇ ਸਿੱਖਣੀ ਚਾਹੀਦੀ। ਕਈਆਂ ਦੀ ਹੁੰਦੀ ਹੈ, ਸਾਡਾ ਨਿਆਣਾ ਹਜੇ ਬਹੁਤ ਛੋਟਾ ਹੈ, ਠੀਕ ਹੈ, ਹਜੇ ਨਹੀਂ ਭੇਜਣਾ, ਬੱਚੇ ਨੂੰ ਲੱਗ ਜਾਏਗੀ, ਅੱਖ ਤੇ ਲੱਗ ਜਾਏਗੀ, ਹੱਥ ਤੇ ਲੱਗ ਜਾਏਗੀ,
ਦੇਖੋ ਇਹ ਖੇਡ ਹੈਗੀ ਹੈ, ਹਜੇ ਲੱਗੇਗੀ ਉਹ ਬਰਦਾਸ਼ਤ ਕਰਨੀ ਸਿੱਖੇਗਾ, ਠੀਕ ਹੈ। ਜਦੋਂ ਕਿਤੇ ਜੰਗ ਦੇ ਮੈਦਾਨ 'ਚ ਲੱਗ ਗਈ ਤੇ ਉਹਨੂੰ ਨੁਕਸਾਨ ਪਹੁੰਚੇਗਾ, ਠੀਕ ਹੈ ਜੀ। ਇਸ ਕਰਕੇ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਜਿਹੜੇ ਸ਼ਸਤਰ ਵਿੱਦਿਆ ਤੋਂ ਆਪਾਂ ਬਹੁਤ ਦੂਰ ਆ, ਉਹ ਸ਼ਸਤਰ ਵਿੱਦਿਆ ਦੇ ਨੇੜੇ ਆਈਏ, ਸ਼ਸਤਰ ਵਿੱਦਿਆ ਗ੍ਰਹਿਣ ਕਰੀਏ, ਵਧੀਆ ਤੋਂ ਵਧੀਆ ਆਪਣੇ ਘਰ ਸ਼ਸਤਰ ਰੱਖੀਏ, ਆਪਣੇ ਸਮੇਂ ਦੇ ਅਨੁਸਾਰ ਹਰ ਚੀਜ਼ ਦੀ ਲੋੜ ਹੈ, ਹਰ ਲੋੜ ਦੀ ਚੀਜ਼ਾਂ ਵੀ ਪੂਰੀ ਰੱਖੋ ਆਪਣੇ ਘਰ, ਲੇਕਿਨ ਸ਼ਸਤਰਾਂ ਨਾਲ ਪਿਆਰ ਰੱਖੋ। ਬਹੁਤ ਧੰਨਵਾਦ। ਸੋ ਸ਼ਸਤਰ ਵਿੱਦਿਆ ਦੇ ਬਾਰੇ ਇਹਨਾਂ ਨੇ ਪੂਰੀ ਜਾਣਕਾਰੀ ਦਿੱਤੀ ਹੈਗੀ ਹੈ ਕਿ ਔਰ ਸ਼ਸਤਰ ਪੂਰੀ ਤਰ੍ਹਾਂ ਦੇ ਨਾਲ ਇਹਨਾਂ ਨੇ ਆਪਣੇ ਸਰੀਰ ਦੇ ਉੱਪਰ ਪਹਿਨੇ ਹੋਏ ਨੇ, ਕਿਉਂਕਿ ਅੱਜ ਜਿਹੜਾ ਦਿਨ ਹੈਗਾ ਹੋਲੇ ਮਹੱਲੇ ਦਾ, ਅੱਜ ਸ਼ਸਤਰਾਂ ਦੇ ਪ੍ਰਦਰਸ਼ਨ, ਸ਼ਸਤਰ ਵਿੱਦਿਆ ਦੇ ਪ੍ਰਦਰਸ਼ਨ ਜਿਹੜੇ ਉਹ ਕੀਤੇ ਜਾਣੇ ਨੇ।